सो गुड मॉर्निंग स्टूडेंट्स। सो नैक्सट अपने को हुण हैगी स्टेशनरी स्टेट। सो प्रोग्रैसिव स्टेट ऑफ ग्रोथ उदों तक लगती चलती है जदों तक रेट ऑफ प्रॉफिट ने लोएस्ट लैवल तो उपर रहते हैं। जो रेट ऑफ प्रॉफिट जीरो हो जाते हैं, रेट ऑफ इन्वेस्टमेंट भी जीरो हो जाती है, स्टेशनरी स्टेट आ जाती है। एडम स्मिथ की कहता है, स्टेशनरी स्टेट वो स्टेट जिहदे विच वैल्थ ज़्यादा होगी पर इंप्लॉयमेंट नहीं होगी। ਇਹਦਾ ਕਾਰਨ ਕੀ ਹੈ? ਨੈਚੁਰਲ ਜਿਹੜਾ ਪ੍ਰੋਫਿਟਸ ਨੇ ਉਹ ਫਾਲ ਕਰਨਾ ਸ਼ੁਰੂ ਹੋ ਗਏ ਨੇ ਤੇ ਕੈਪੀਟਲ ਅਕਮੂਲੇਸ਼ਨ ਹੈ ਉਹ ਚੋਕਿੰਗ ਆਫ, ਗਲਾ ਘੁੱਟਣਾ, ਚੋਕਿੰਗ ਆਫ ਹੁੰਦਾ, ਗਲਾ ਘੁੱਟਣਾ ਮਤਲਬ ਕੈਪੀਟਲ ਅਕਮੂਲੇਸ਼ਨ ਘਟਣੀ ਸ਼ੁਰੂ ਹੋ ਗਈ ਹੈ। ਸੋ ਕੈਪੀਟਲਿਸਟ ਇਕਾਨਮੀ ਦੇ ਵਿੱਚ ਜਦੋਂ ਪਾਪੂਲੇਸ਼ਨ ਹੈ ਜਿਹੜੀ ਉਹ ਮਾਲਥਿਊਜ਼ਨ ਥਿਊਰੀ ਆਫ ਪਾਪੂਲੇਸ਼ਨ ਦੇ ਅਕੋਰਡਿੰਗਲੀ ਵਧਣਾ ਸ਼ੁਰੂ ਕਰਦੇ। ਮਾਲਥਿਊਜ਼ਨ ਥਿਊਰੀ ਆਫ ਪਾਪੂਲੇਸ਼ਨ ਕੀ ਕਹਿੰਦਾ ਸੀ ਕਿ ਪਾਪੂਲੇਸ਼ਨ ਕੀ ਹੈ, ਮਲਟੀਪਲਾਈ ਹੁੰਦੀ ਹੈ। 2 ਪਤੀ ਪਤਨੀ ਨੇ, 2 ਬੱਚੇ ਹੋ ਗਏ, 4 ਹੋ ਗਏ, ਅੱਗੇ ਬੱਚਿਆਂ ਦੇ ਅੱਗੇ ਬੱਚੇ ਹੋ ਗਏ, ਚੌਕਮ ਚੌਕੀ 16, 16 ਚੌਕਾ 64। ਤਾਂ ਇਸ ਤਰ੍ਹਾਂ ਦੇ ਨਾਲ ਪਾਪੂਲੇਸ਼ਨ ਹੈ ਜਿਹੜੀ ਉਹ ਵੱਧਦੀ ਹੈ ਆਪਣੀ। ਐਂਡ ਪ੍ਰੋਡਕਸ਼ਨ ਹੈ ਉਹ ਆਪਣੇ ਪੀਕ ਦੇ ਉੱਤੇ ਚਲੀ ਜਾਂਦੀ ਹੈ, ਬਿਲਕੁਲ ਹਾਈ ਲੈਵਲ ਦੇ ਉੱਤੇ ਚੱਲ ਜਾਂਦੀ ਹੈ। ਉਦੋਂ ਕੈਪੀਟਲ ਵੀ ਵੱਧ ਰਹੀ ਹੈ, ਪ੍ਰੋਫਿਟਸ ਵੀ ਵੱਧ ਰਹੀਆਂ ਨੇ, ਪਰ ਕੰਪੀਟੀਸ਼ਨ ਹੋਣ ਕਰਕੇ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਦੇ ਉੱਤੇ ਚੈੱਕ ਲੱਗਣੇ ਸ਼ੁਰੂ ਹੋ ਜਾਂਦੇ। ਇਨ ਟਰਨ ਰੇਟ ਆਫ ਗਰੋਥ ਤੇ ਇਕੋਨਮੀ ਸਟੈਗਨੇਟ ਹੋ ਜਾਂਦੀ ਹੈ, ਰੁਕ ਜਾਂਦੀ ਹੈ। ਸੋ ਰਿਕਾਰਡਰ ਕਹਿੰਦਾ ਹੈ ਕਿ ਡਾਇਨਾਮਿਕ ਕੈਪੀਟਲਿਸਟ ਇਕੋਨਮੀ ਦੇ ਵਿੱਚ ਲਾਅ ਆਫ ਡਿਮਿਨਿਸ਼ਿੰਗ ਰਿਟਰਨਸ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਪਾਪੂਲੇਸ਼ਨ ਵੱਧਦੀ ਹੈ ਤੇ ਸਟਾਕ ਆਫ ਕੈਪੀਟਲਸ ਘਟਦੇ ਨੇ। ਦਿਸ ਫੋਰਸਿਸ, ਇਹਦੇ ਨਾਲ ਕੀ ਹੁੰਦਾ ਹੈ, ਸਾਨੂੰ ਇਨਫੀਰੀਅਰ ਗ੍ਰੇਡਸ ਆਫ ਲੈਂਡ ਨੂੰ ਵੀ ਅੰਡਰ ਕਲਟੀਵੇਸ਼ਨ ਲਿਆਉਣਾ ਪੈਂਦਾ ਹੈ। ਕਾਸਟ ਆਫ ਐਗਰੀਕਲਚਰ ਪ੍ਰੋਡਿਊਸ ਵੱਧ ਜਾਂਦੀ ਹੈ, ਪ੍ਰਾਈਸਿਸ ਘਟ ਜਾਂਦੇ ਨੇ, ਹਾਇਰ ਮਨੀ ਵੇਜਸ ਵਰਕਰਸ ਨੂੰ ਪੇ ਕਰਨੀਆਂ ਪੈਂਦੀਆਂ ਨੇ ਕਿਉਂਕਿ ਤਾਂ ਕਿ ਉਹ ਘੱਟੋ ਘੱਟ ਆਪਦੀ ਲੈਵਲ ਆਫ ਲਿਵਿੰਗ ਹੈ ਜਿਹੜੀ ਉਹਨੂੰ ਅਚੀਵ ਕਰ ਸਕਣ। ਐਜ਼ ਅ ਰਿਜ਼ਲਟ ਰੇਟ ਆਫ ਪ੍ਰੋਫਿਟਸ ਨੇ ਜ਼ੀਰੋ ਹੋ ਜਾਂਦੇ ਨੇ, ਰੇਟ ਆਫ ਇਨਵੈਸਟਮੈਂਟ ਵੀ ਜ਼ੀਰੋ ਹੋ ਜਾਂਦੇ ਨੇ, ਪ੍ਰੋਸੈਸ ਆਫ ਐਕਮੂਲੇਸ਼ਨ ਚੋਕਸ ਰੁਕ ਜਾਂਦੀ ਹੈ, ਗਰੋਥ ਰੇਟ ਜ਼ੀਰੋ ਹੋ ਜਾਂਦਾ ਹੈ ਤੇ ਸਿਸਟਮ ਹੈ ਜਿਹੜਾ ਉਹ ਸਟੇਸ਼ਨਰੀ ਸਟੇਟ ਵਿੱਚ ਪਹੁੰਚ ਜਾਂਦਾ ਹੈ। ਸੋ ਇੱਥੇ ਅਸੀਂ ਕੈਪੀਟਲ ਅਕਮੂਲੇਸ਼ਨ ਦਿਖਾਈ ਹੈ, ਇੰਪਲੋਇਮੈਂਟ ਦਿਖਾਈ ਹੈ। L1 ਤੋਂ ਬਾਅਦ ਹੈ ਅਗਰ ਜਿਹੜਾ ਹੈ ਸਾਡੀ ਜਿਹੜੀ ਵਾਈ ਜੇ ਅਸੀਂ ਚੱਲਦੇ ਹਾਂ ਤਾਂ ਅਸੀਂ ਸਟੇਸ਼ਨਰੀ ਸਟੇਟ ਆ ਹੈਗੇ ਬੇਟਾ, ਜਦੋਂ ਅਸੀਂ ਆ ਹੈਗਾ ਇੱਕ ਨਾਰਮਲ ਰੇਟ ਆਫ ਪ੍ਰੋਫਿਟ, ਜਦੋਂ ਅਸੀਂ ਇਹਦੇ ਉੱਤੇ ਰਹਿੰਦੇ ਹਾਂ ਪ੍ਰੋਗਰੈਸਿਵ ਹੈ, ਰਿਗਰੈਸਿਵ ਹੈ, ਜਦੋਂ ਬਰਾਬਰ ਹੋ ਜਾਂਦਾ ਹੈ ਖਤਮ। ਇਸ ਤੋਂ ਬਾਅਦ ਰੇਟ ਆਫ ਪ੍ਰੋਫਿਟ ਦਾ ਲੈਵਲ ਘਟ ਗਿਆ, ਇਟ ਮੀਨਸ ਅਸੀਂ ਸਟੇਸ਼ਨਰੀ ਸਟੇਟ ਦੇ ਵਿੱਚ ਪਹੁੰਚ ਚੁੱਕੇ ਹਾਂ। ਮੋਡਲ ਹੈ ਬੇਟਾ, ਇਹਨੂੰ ਤੁਸੀਂ ਇੱਦਾਂ ਹੀ ਲਰਨ ਕਰੋਗੇ ਤਾਂ ਹੀ ਇਹ ਤੁਹਾਡਾ ਜਿਹੜਾ ਹੈ ਇਹਨੂੰ ਜਸਟੀਫਾਈ ਕਰ ਸਕੋਗੇ। ਸਰ ਕਲਾਸੀਕਲ ਮਾਡਲ ਹੈ ਜਿਹੜਾ ਉਹ ਕੀ ਕਹਿੰਦਾ ਹੈ, ਪ੍ਰੋਡਕਸ਼ਨ ਹੈ ਕਿਹਦੇ ਹੈਲਪ ਨਾਲ ਹੁੰਦੀ ਹੈ, ਲੈਂਡ, ਲੇਬਰ, ਕੈਪੀਟਲ ਤੇ ਟੈਕਨੋਲੋਜੀ ਦੇ ਨਾਲ। ਟੈਕਨੋਲੋਜੀ ਕਿਹਦਾ ਫੰਕਸ਼ਨ ਹੈ, ਜੇ ਪੈਸਾ ਇਨਵੈਸਟ ਹੋਊਗਾ ਇਨਵੈਸਟਮੈਂਟ ਦਾ। ਇਨਵੈਸਟਮੈਂਟ ਕਿਹਦਾ ਫੰਕਸ਼ਨ ਹੈ, ਰੇਟ ਆਫ ਇੰਟਰਸਟ ਦਾ ਜਾਂ ਕੈਪੀਟਲ ਦਾ। ਠੀਕ ਹੈ, ਜੇ ਰੇਟ ਆਫ ਕੈਪੀਟਲ ਦੇ ਵਿੱਚ ਚੇਂਜ ਆਉਂਦੀ ਹੈ ਤਾਂ ਰੇਟ ਆਫ ਪ੍ਰੋਫਿਟਸ ਵੀ ਚੇਂਜ ਆਊਗੀ। ਪ੍ਰੋਫਿਟਸ ਕਿਹਦੇ ਉੱਤੇ ਡਿਪੈਂਡ ਕਰਦੇ ਨੇ, ਲੇਬਰ ਕਿੰਨੀ ਹੈ ਤੇ ਟੈਕਨੋਲੋਜੀ ਕਿਹੋ ਜਿਹੀ ਹੈ, ਕਿਉਂਕਿ ਜੇ ਚੀਜ਼ਾਂ ਬਣਾਓਗੇ ਜੇ ਲੇਬਰ ਦੀ ਸਪਲਾਈ ਹੋਊਗੀ ਤਾਂ ਹੀ ਪ੍ਰੋਫਿਟਸ ਹੋਣਗੇ ਨਾ। ਠੀਕ, ਹੁਣ ਲੇਬਰ ਦੀ ਸਪਲਾਈ ਕਿਹਦੇ ਉੱਤੇ ਡਿਪੈਂਡ ਕਰਦੀ ਹੈ, ਵੇਜਿਸ ਤੇ। ਉਹਨਾਂ ਨੂੰ ਵੇਜਿਸ ਕਿੰਨੀਆਂ ਦਿੱਤੀਆਂ ਜਾਂਦੀਆਂ ਨੇ, ਵੇਜਿਸ ਕਿਹਦੇ ਉੱਤੇ ਡਿਪੈਂਡ ਕਰਦੀਆਂ ਨੇ, ਕੰਟਰੀ ਦੇ ਵਿੱਚ ਇਨਵੈਸਟਮੈਂਟ ਕਿੰਨੀ ਹੋ ਰਹੀ ਹੈ। ਫਿਰ ਕਲੋਜ਼ਿੰਗ ਦਾ ਸਿਸਟਮ, ਇਹਨਾਂ ਸਾਰੇ ਵੇਰੀਏਬਲਸ ਨੂੰ LKOTIRW ਵਾਈਲ ਆਪਣੇ ਕੋਲ ਸਿਰਫ 6 ਇਕੁਏਸ਼ਨਸ ਹੀ ਆਉਂਦੀਆਂ ਨੇ, ਸਿਸਟਮ ਡਿਟਰਮੀਨੇਟ ਨਹੀਂ ਹੈ। ਸਿਸਟਮ ਨੂੰ ਡਿਟਰਮੀਨੇਟ ਬਣਾਉਣ ਵਾਸਤੇ ਅਸੀਂ ਕੀ ਕਹਿੰਦੇ ਹਾਂ ਕਿ ਟੋਟਲ ਆਊਟਪੁੱਟ ਕਿਹਦਾ ਫੰਕਸ਼ਨ ਹੈ, ਪ੍ਰੋਫਿਟਸ ਪਲੱਸ ਵੇਜਿਸ ਦਾ। ਆ ਸਾਡੇ ਕੋਲ 3 ਬੇਟਾ ਇਕੁਏਸ਼ਨਸ ਬਣਦੀਆਂ ਨੇ ਇੱਥੇ। ਪਹਿਲੀ ਇਕੁਏਸ਼ਨ ਪ੍ਰੋਡਕਸ਼ਨ ਫੰਕਸ਼ਨ ਦੱਸਦੀ ਹੈ, ਦੂਜੀ ਕਹਿੰਦੀ ਹੈ ਟੈਕਨੋਲੋਜੀ ਇਨਵੈਸਟਮੈਂਟ ਦਾ ਫੰਕਸ਼ਨ ਹੈ, ਇਨਵੈਸਟਮੈਂਟ ਕਹਿੰਦੀ ਹੈ ਉਹ ਕੈਪੀਟਲ ਦਾ ਫੰਕਸ਼ਨ ਹੈ। ਪ੍ਰੋਫਿਟਸ ਨੇ ਜਿਹੜੇ ਕੈਪੀਟਲ ਔਰ ਪ੍ਰੋਫਿਟ ਇੱਕੋ ਹੀ ਗੱਲ ਹੁੰਦੀ ਹੈ। ਜਿਹੜੇ ਪ੍ਰੋਫਿਟਸ ਨੇ ਉਹ ਲੇਬਰ ਤੇ ਟੈਕਨੋਲੋਜੀ ਦਾ ਫੰਕਸ਼ਨ ਹੈ, ਜਿਹੜੀ ਲੇਬਰ ਹੈ ਉਹ ਵੇਜਿਸ ਤੇ ਡਿਪੈਂਡ ਕਰਦੀ ਹੈ, ਵੇਜਿਸ ਇਨਵੈਸਟਮੈਂਟ ਦੇ ਉੱਤੇ ਡਿਪੈਂਡ ਕਰਦੀਆਂ ਨੇ। ਟੋਟਲ ਆਊਟਪੁੱਟ ਕਿਹਦੇ ਉੱਤੇ ਡਿਪੈਂਡ ਕਰਦੀ ਹੈ, ਪ੍ਰੋਫਿਟ ਪਲੱਸ ਵੇਜਿਸ ਦੇ ਉੱਤੇ ਡਿਪੈਂਡ ਕਰਦੀ ਹੈ। ਆ ਕਰਨ ਦੀ ਲੋੜ ਨਹੀਂ ਹੈ। ਠੀਕ ਹੈ, ਸੋ ਆ ਵੀ ਛੱਡੋ, ਆ ਵੀ ਛੱਡੋ। ਉਸ ਤੋਂ ਬਾਅਦ ਕ੍ਰਿਟਿਸਿਜ਼ਮ ਕਰਨਾ ਹੈ ਤੁਸੀਂ ਤੇ ਇੰਪੋਰਟੈਂਸ ਕਰਨੀ ਹੈ। ਕ੍ਰਿਟਿਸਿਜ਼ਮ ਦੇ ਵਿੱਚ ਕੀ ਦੱਸਿਆ ਹੈ ਕਿ ਲਾਅ ਆਫ ਡਿਮਿਨਿਸ਼ਿੰਗ ਰਿਟਰਨਸ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਹੈ। ਦੇਖੋ ਜਿੱਥੇ ਐਗਰੀਕਲਚਰ ਲੱਗੂਗੀ ਉੱਥੇ ਲਾਅ ਆਫ ਡਿਮਿਨਿਸ਼ਿੰਗ ਰਿਟਰਨਸ ਅਪਲਾਈ ਹੋਊਗਾ। ਜ਼ਿਆਦਾ ਲੇਬਰ ਲਾਉਂਗੇ ਉਹ ਪ੍ਰੋਡਿਊਸ ਘੱਟ ਕਰੂਗੀ, ਲੈਂਡ ਦੇ ਉੱਤੇ ਪ੍ਰੈਸ਼ਰਸ ਵਧਣਗੇ। ਇਹ ਟੈਕਨੋਲੋਜੀਕਲ ਪ੍ਰੋਗਰੈਸ ਨੂੰ ਜ਼ਿਆਦਾ ਇੰਪੋਰਟੈਂਸ ਨਹੀਂ ਦਿੱਤੀ ਹੈਗੀ। ਟੈਕਨੋਲੋਜੀਕਲ ਪ੍ਰੋਗਰੈਸ ਇੰਪੋਰਟੈਂਟ ਪੈਰਾਮੀਟਰ ਆਫ ਗਰੋਥ ਹੈ, ਉਹਨੂੰ ਇੰਪੋਰਟੈਂਸ ਨਹੀਂ ਦਿੱਤੀ। ਕਹਿੰਦਾ ਜ਼ਰੂਰੀ ਨਹੀਂ ਸਾਰੇ ਹੀ ਕੈਪੀਟਲਿਸਟ ਨੇ ਜਿਹੜੇ ਉਹ ਸੇਵਿੰਗਸ ਕਰ ਸਕਣ। ਵਰਕਿੰਗ ਕਲਾਸ ਹੈ ਜਿਹੜੀ ਉਹ ਵੀ ਸੇਵਿੰਗ ਕਰ ਸਕਦੀ ਹੈ, ਉਹਦੀਆਂ ਸੇਵਿੰਗ ਨੂੰ ਇਨਕਲੂਡ ਨਹੀਂ ਕੀਤਾ। ਮਾਲਥਸ ਦੀ ਥਿਊਰੀ ਹੈ ਜਿਹੜੀ ਉਹ ਅਪਲਾਈ ਨਹੀਂ ਹੁੰਦੀ। ਮਾਲਥਸ ਦੀ ਥਿਊਰੀ
ਜੋਮੈਟ੍ਰਿਕ ਰੇਟ ਜਿਹੜਾ ਹੈ ਉਹ ਅਪਲਾਈ ਕਰਦੀ ਹੈ, ਪਰ ਸਾਰੀਆਂ ਕੰਟਰੀਜ਼ ਦੇ ਉੱਤੇ ਇਹ ਥਿਊਰੀ ਅਪਲਾਈ ਨਹੀਂ ਹੁੰਦੀ। ਐਡਵਾਂਸ ਕੰਟਰੀ ਫਰਾਂਸ ਜਰਮਨੀ ਦੇ ਵਿੱਚ ਗਰੋਥ ਰੇਟ ਆਫ ਪੋਪੂਲੇਸ਼ਨ ਰਾਦਰ ਰਿਗਰੈਸਿਵ ਚੱਲਦਾ ਹੈ। सेज लॉ ऑफ मार्केट सही नहीं है, परफेक्ट कंपटीशन सही नहीं है, वेजेस आर नॉट फ्लैक्सीबल, इनफैक्ट डिफिकल्ट होंदा है टू रिड्यूस वेजेस एक पर्टिकुलर लिमिट तो नीचे लैके जाना मुश्किल है, क्योंकि ट्रेड यूनियनस उत्थे की करदियां ने फिर वो रजिस्ट करदियां ने या मुश्किल पैदा करदियां ने, लड़ाई झगड़े होंदे ने, रॉन्ग नोशन है वेजेस ते प्रॉफिट नू रिलेट करन दा। गवर्नमेंट की इंटरफेरेंस नू इग्नोर किया गया है। गवर्नमेंट की इंटरफेरेंस है जी नो नीड ऑफ गवर्नमेंट इंटरफेरेंस गलत है। गवर्नमेंट चाहे डायरैक्टली चाहे इनडायरैक्टली एक इंपॉर्टेंट रोल प्ले करती है, सो गवर्नमेंट की इंटरफेरेंस होनी चाहिए है। इंपॉर्टेंस इस थे मॉडल की फॉर द अंडर डेवलप्ड कंट्रीज़ की है। इस थियरी ने एग्रीकल्चर सैक्टर नू इंपॉर्टेंस प्रोवाइड की है तो बैलेंसड ग्रोथ की गल की है। मॉडल एम्फसाइज करता है कि एक सस्टेन्ड इकोनॉमिक ग्रोथ लियाउण वास्ते सानू बैलेंस लियाउण की जरूरत है, किहदे विच एग्रीकल्चर ते इंडस्ट्रीयल सैक्टर ते। ठीक है बेटा। नैक्सट है कैपिटल एकमुलेशन की गल की है थियरी ने। कैपिटल मॉडल की दसदा है कि जी कैपिटल एकमुलेशन है इंपॉर्टेंट फोर्स ऑफ इकोनॉमिक ग्रोथ है। डाउटलैस कैपिटल इंपॉर्टेंट फैक्टर है। सेविंग्स प्रैफर की जांदियां ने फॉर द हाई इनकम ग्रुप्स। रेट ऑफ इन्वेस्टमेंट ते ग्रोथ है जी उसनों असीं हायर सेविंग्स नाल स्टिमुलेट कर सकते हैं। पॉपूलेशन ग्रोथ की गल की है। माल्थुसियन की थियरी इंपॉर्टेंट बेसिस है थियरी दा नोटिसेबल इवेंट है फॉर द लैस डिवेलप्ड कंट्रीज़, जिथे पॉपूलेशन एक सवेयर ऑब्सटैकल होंदी है उत्थे असीं पहला ही दस दिता कि अगर थोड़ी पॉपूलेशन की ग्रोथ माल्थुसियन थियरी के अकॉर्डिंगली हुई तो यह थोड़े लिए दिक्कत पैदा करूगी। लेजर-फेयर स्टॉन्च बिलीफ है क्लासिकल इकोनॉमिस्ट का कि लेजर-फेयर पॉलिसी चलनी चाहिए है। गवर्नमेंट है जी वो इंपॉर्टेंट रोल प्ले करती है, उस चीज़ में थियरी डिनाई करती है। इन शॉर्ट मैनी ऑब्जरवेशन क्लासिकल मॉडल दी लाइक कैपिटल एकमुलेशन, बैलेंस ग्रोथ, पॉपूलेशन आर स्टिल वैलिड इन द ग्रोथ थियरीज ऑफ द लैस डिवेलप्ड कंट्रीज। सो जोड़ा क्लासिकल मॉडल ऑफ इकोनॉमिक ग्रोथ है बेटा थोड़े को ना एक्चुअली क्लासिकल मॉडल, हैरोडोमर मॉडल, न्यू क्लासिकल ते सोलो मॉडल, 4 मॉडल ने। ठीक है, इन्हां विचों वैसे हैरोडोमर का मॉडल ज़्यादा इंपॉर्टेंट है। क्लासिकल मॉडल, न्यू क्लासिकल ते सोलो मतलब हैरोडोमर दे नाल ये रल के आउणगे। तो अज तुसीं क्लासिकल मॉडल ऑफ ग्रोथ है जोड़ा प्रॉपर चंगे तरीके दे नाल सुनना है, देखना है, फिर इसनूं राइट अप करके मैनू परसों तक सब दे मॉर्निंग आने चाहिए, तां ही मैं अगे हैरोडोमर का मॉडल है तुहानूं कराऊँगी। हुण अपने कोल 3 चैप्टर बचते हैं जिहदे विच आपां 2 ही करने, एक हैरोडोमर का मॉडल तो एक सोलो का मॉडल। ठीक है, आह वाला आपां मॉडल है न्यू क्लासिकल मॉडल ऑफ ग्रोथ है, दिस वी नॉट गोइंग टू डू। ठीक है बेटा। सो अच्छी तरह दे नाल वीडियोज़ नूं सुनना है, बहुत ध्यान दे नाल ते काम नूं अपने नूं कंप्लीट करना है। सो टिल दैन गुड बाय, हैव अ नाइस टाइम।